ਜਸਵੀਰ ਸਿੰਘ ਰਾਣਾ ਦੀ ਪੁਸਤਕ ਕਿੰਨਰਾਂ ਦਾ ਵੀ ਦਿਲ ਹੁੰਦਾ ਹੈ ਦੀ ਕਹਾਣੀ ਹੈ ਮਲਕਾ। ਲੇਖਿਕਾ ਡਾਕਟਰ ਹਰਜੀਤ ਕੌਰ। ਅੱਜ ਪਹਿਲੀ ਵਾਰ ਅੰਜੂ ਨੇ ਉਹਨੂੰ ਨੇੜਿਓਂ ਤੱਕਿਆ। ਉਹਦੇ ਨਾਲ ਦੀ ਸੀਟ ਤੇ ਬੈਠੇ ਨਵ ਵਿਆਹੇ ਜੋੜੇ ਕੋਲੋਂ ਤਾੜੀਆਂ ਮਾਰ-ਮਾਰ ਕੇ ਮੰਗ ਰਹੀ ਸੀ। ਮੰਗਤਿਆਂ ਵਾਲੇ ਤਰਲੇ ਨਾਲ ਨਹੀਂ, ਬਲਕਿ ਰੋਹ ਭਰੇ ਇੱਕ ਲਾਡ ਜਿਹੇ ਨਾਲ ਤਾੜੀ ਮਾਰਦੀ। ਉਹ ਕਦੇ ਮੁੰਡੇ ਦੇ ਮੋਢੇ ਤੇ ਹੱਥ ਰੱਖਦੀ ਤੇ ਕਦੇ ਉਹਦਾ ਹੱਥ ਫੜਨ ਦਾ ਯਤਨ ਕਰਦੀ। ਮੁੰਡਾ ਸ਼ਰਮਾ ਕੇ ਜਿੰਨਾ ਉਹਦਾ ਹੱਥ ਛੰਡਦਾ, ਉਹਨੂੰ ਪਰੇ ਕਰਨ ਦੀ ਕੋਸ਼ਿਸ਼ ਕਰਦਾ, ਉਹ ਹੋਰ ਖਿੜਖਿੜਾਉਂਦੀ ਉਹਦੇ ਨੇੜੇ ਹੋ ਜਾਂਦੀ। अरे जानू दे ना जल्दी, परी जैसी सुंदर बीवी मिली है, और क्या चाहिए? लाला जल्दी से 100 का नोट निकाल। खूबसूरत जोड़ी तो किस्मत वालों की बनती है। हुण ਉਹ ਕੁੜੀ ਅੱਗੇ ਹੱਥ ਕਰ ਰਹੀ ਸੀ। ਦੇ ਦਿਓ 5-10 ਰੁਪਏ, ਇਹਨੂੰ ਪਿੱਛਾ ਛੁਡਾਓ। ਕੁੜੀ ਨੇ ਭਾਵੇਂ ਹੌਲੀ ਜੀ ਪਤੀ ਦੇ ਕੰਨ 'ਚ ਕਿਹਾ ਸੀ, ਪਰ ਉਹਨੂੰ ਸੁਣ ਗਿਆ। ਹੇ ਭੈੜਾ ਜਿਹਾ ਮੂੰਹ ਬਣਾਓ, ਜ਼ੋਰ ਦੀ ਤਾੜੀ ਮਾਰਦਿਆਂ ਜਿਵੇਂ ਕੁੜੀ ਦੀ ਨਕਲ ਉਤਾਰੀ। 5-10 ਰੁਪਏ ना ना, मैंने पूरे 100 रुपए लेने हैं, पूरे 100। ये हमारा शगुन होता है। भगवान की कसम, हीरो हीरोइन लग रहे हो, किसी से पूछ लो। दीदी आप बताओ। हुण अंजू नूं मुखातिब हो रही सी, एक टक उस वल देख रही सी। अंजू एकदम जिवें घबरा जी गई। आस पास बैठे मुसाफिर इधर ही देख रहे सन। आखिर उस जोड़े नूं 50 दा नोट देना ही पिया। नोट लैके वो कुड़ी मुंडे दे सिर ते हल्का जिहा हत्थ फेरदी हसदी अगां तुर गई। जे ਇਹ ਇੰਜ ਤਾੜੀਆਂ ਮਾਰ-ਮਾਰ ਨਾ ਬੋਲੇ, ਕੋਈ ਜਾਣ ਹੀ ਨਹੀਂ ਸਕਦਾ ਕਿ ਇਹ ਖੁਸਰਾ ਹੈ, ਅੰਜੂ ਸੋਚ ਰਹੀ ਸੀ। ਉਹਨੂੰ ਖੁਦ ਬੜੀ ਹੈਰਾਨੀ ਹੋਈ ਸੀ ਜਦੋਂ ਪਹਿਲੀ ਵਾਰ ਉਹਨੂੰ ਦੇਖਿਆ ਸੀ। ਬੜੇ ਸਹਿਜ ਨਾਲ ਤੁਰੀ ਆਉਂਦੀ ਨੇ ਇੱਕਦਮ ਆਪਣੀ ਇੱਕ ਪਾਸਿਓਂ ਕਮੀਜ਼ ਚੁੱਕ ਕੇ ਪੇਟ ਮਲਣਾ ਸ਼ੁਰੂ ਕਰਤਾ। ਸ਼ਾਇਦ ਕੋਈ ਕੀੜਾ ਮਕੌੜਾ ਲੜ ਗਿਆ ਹੈ। ਬੇਵਕੂਫ, ਇਹ ਕੀ ਕਰ ਰਹੀ ਹੈ? ਇਹਨੂੰ ਸ਼ਰਮ ਨਹੀਂ ਆਉਂਦੀ? ਉਸ ਵੱਲ ਇਸ਼ਾਰਾ ਕਰਦਿਆਂ ਉਸ ਨਾਲ ਖਲੋਤੀ ਰੇਨੂ ਨੇ ਕਿਹਾ। ਇਹਨਾਂ ਨੂੰ ਸ਼ਰਮ ਕਾਹਦੀ, ਤੂੰ ਵੀ ਕਮਾਲ ਕਰਦੀ ਹੈ। ਰੇਨੂ ਹੱਸਦਿਆਂ ਬੋਲੀ। ਕਿਉਂ, ਇਹਨਾਂ ਤੋਂ ਕੀ ਮਤਲਬ? ਅੰਜੂ ਇਹ ਖੁਸਰਾ ਹੈ, ਰੇਨੂ ਨੇ ਖੁਸਰਾ ਸ਼ਬਦ ਤੇ ਜ਼ੋਰ ਦਿੰਦਿਆਂ ਦੱਸਿਆ। ਕੀ? ਅੰਜੂ ਨੂੰ ਉਹਦੀ ਸ਼ਕਲ ਵੇਖ ਕੇ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ। ਪਤਲਾ ਲੰਮਾ ਸਰੀਰ, ਤਿੱਖੇ ਖੂਬਸੂਰਤ ਨੈਣ ਨਕਸ਼, ਗੁਲਾਈ ਵਾਲਾ ਭਰਵਾਂ ਹਸੂ ਕਰਦਾ ਚਿਹਰਾ, ਹਲਕੀ ਸਾਂਵਲੀ ਰੰਗਤ, ਪਰ ਇੱਕ ਅਜੀਬ ਜਿਹੀ ਕਸ਼ਿਸ਼ ਸੀ ਉਹਦੇ ਚਿਹਰੇ ਤੇ। ਉਸ ਪਿੱਛੋਂ ਅੰਜੂ ਨੇ ਕਈ ਵਾਰ ਉਹਨੂੰ ਦੇਖਿਆ, ਪਰ ਦੂਰੋਂ ਹੀ, ਕਦੀ ਪਲੇਟਫਾਰਮ ਤੇ, ਕਦੀ ਗੱਡੀ 'ਚ ਮੰਗਦਿਆਂ। ਉਹਨਾਂ ਕੋਲ ਕਦੀ ਨਹੀਂ ਸੀ ਰੁਕਦੀ। ਅੰਜੂ ਹੋਰੀ 3-4 ਸਹੇਲੀਆਂ ਅਕਸਰ ਇਕੱਠੀਆਂ ਹੀ ਬੈਠਦੀਆਂ, ਹਲਕੀ ਜਿਹੀ ਮੁਸਕਰਾਹਟ ਦਿੰਦਿਆਂ ਉਹਨਾਂ ਵੱਲ ਵੇਖਦੀ ਜ਼ਰੂਰ, ਪਰ ਚੁੱਪਚਾਪ ਅੱਗੇ ਲੰਘ ਜਾਂਦੀ। ਕਈ ਵਾਰ ਉਹਨਾਂ ਦੀ ਪੂਰੀ ਟੋਲੀ ਇਕੱਠਿਆਂ ਵੀ ਮੰਗਦੀ, ਜਿਸ 'ਚ ਇੱਕ ਆਦਮੀ ਢੋਲਕੀ ਵਜਾਉਂਦਾ ਤੇ ਉਹ ਫਿਲਮੀ ਗਾਣੇ ਗਾਉਂਦੀਆਂ, ਨੱਚਦੀਆਂ, ਸ਼ਬਦਾਂ ਦੀ ਭੰਨ ਤੋੜ ਕਰਦੀਆਂ, ਭਾਰੀ ਆਵਾਜ਼ 'ਚ ਉਹ ਆਪਣੇ ਹੀ ਅੰਦਾਜ਼ ਨਾਲ ਗਾਉਂਦੇ। ਪਰ ਇੱਕ ਗੱਲ ਵਿਸ਼ੇਸ਼ ਇਹ ਸੀ ਕਿ ਉਹਨਾਂ ਦੀ ਤਾੜੀ ਤੇ ਢੋਲਕੀ ਦੀ ਥਾਪ ਵਿੱਚ ਪੂਰਾ ਸੁਮੇਲ ਹੁੰਦਾ, ਜਿਸ ਤੇ ਉਹ ਕਦੀ ਹੌਲੀ, ਕਦੀ ਤੇਜ਼ ਥਿਰਕਦੇ, ਪਰ ਅਜਿਹਾ ਕਦੀ ਕਦਾਈ ਹੁੰਦਾ। ਅਕਸਰ ਉਹ ਇਕੱਲੇ ਹੀ ਮੰਗਦੇ। ਅੰਜੂ ਦੇ ਮਨ 'ਚ ਕਈ ਵਾਰ ਇਹ ਸੋਚ ਆਉਂਦੀ ਕਿ ਉਹਨਾਂ ਕੋਲੋਂ ਕਿਉਂ ਨਹੀਂ ਮੰਗਦੇ। ਉਹਨੇ 1-2 ਵਾਰ ਇਹਦਾ ਜ਼ਿਕਰ ਆਪਣੀਆਂ ਨਾਲ ਦੀਆਂ ਸਹੇਲੀਆਂ ਕੋਲ ਵੀ ਕੀਤਾ, ਪਰ ਕਿਸੇ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਉਹਨਾਂ ਇਸ ਬਾਰੇ ਕਦੀ ਸੋਚਿਆ ਹੀ ਨਹੀਂ ਸੀ, ਜਾਂ ਸ਼ਾਇਦ ਉਹਨਾਂ ਦੀ ਨਜ਼ਰ 'ਚ ਇਸ ਗੱਲ ਦੀ ਕੋਈ ਅਹਿਮੀਅਤ ਹੀ ਨਹੀਂ ਸੀ। ਉਸ ਦਿਨ ਵੀ ਅਜਿਹਾ ਹੀ ਹੋਇਆ। ਪਿਛਲੇ ਪਾਸੇ ਬੈਠੇ ਮੁਸਾਫਰਾਂ ਨਾਲ ਉਹਦੀ ਚੰਗੀ ਬਹਿਸ ਹੋ ਰਹੀ ਸੀ। ਸ਼ਾਇਦ ਕੋਈ ਅੱਗੇ ਉਹਦੇ ਇਸ ਤਰ੍ਹਾਂ ਗੱਡੀ ਵਿੱਚ ਮੰਗਣ ਤੇ ਇਤਰਾਜ਼ ਕਰ ਰਿਹਾ ਸੀ। ਉਹਨਾਂ ਦੀ ਗੱਲਬਾਤ ਤਾਂ ਭਾਵੇਂ ਠੀਕ ਤਰ੍ਹਾਂ ਨਹੀਂ ਸੀ ਸੁਣ ਰਹੀ, ਪਰ ਉਹਦੀਆਂ ਤਾੜੀਆਂ ਤੇ ਰੌਲੇ ਗੋਲੇ ਦੀ ਆਵਾਜ਼ ਲਗਾਤਾਰ ਆ ਰਹੀ ਸੀ। ਕਾਫੀ ਦੇਰ ਦੀ ਚਿਕ ਬਾਅਦ ਉਹ ਅਖੀਰ ਪੈਸੇ ਲੈਣ 'ਚ ਸਫਲ ਹੋ ਹੀ ਗਈ ਤੇ ਉਸੇ ਤਰ੍ਹਾਂ ਤਾੜੀਆਂ ਮਾਰਦੀ ਇਹਨਾਂ ਤੱਕ ਪਹੁੰਚੀ। ਪਰ ਆਸ-ਪਾਸ ਦੀਆਂ ਸਵਾਰੀਆਂ ਕੋਲੋਂ ਪੈਸੇ ਲਏ ਇਹਨਾਂ ਵੱਲ ਤੱਕਦੀ ਮੁਸਕਰਾਉਂਦੀ ਅਗਾਂਹ ਤੁਰ ਗਈ। ਕਮਾਲ ਹੈ, ਉਹਨਾਂ ਕੋਲੋਂ ਪੈਸੇ ਲੈਣ ਲਈ ਘੰਟਾ ਭਰ ਬਹਿਸ ਕਰਦੀ ਰਹੀ ਤੇ ਸਾਡੇ ਕੋਲੋਂ ਬਿਨਾਂ ਮੰਗੇ ਹੀ ਤੁਰ ਗਈ। ਇਹ ਵੀ ਅਜੀਬ ਹੀ ਹੈ। ਅੰਜੂ ਕੋਲੋਂ ਜਿਵੇਂ ਅੱਜ ਰਿਹਾ ਨਹੀਂ ਗਿਆ। ਪਹਿਲਾਂ ਇਹ ਦੱਸ ਵੀ ਤੂੰ ਇਹਦੀ ਇੰਨੀ ਚਿੰਤਾ ਕਿਉਂ ਕਰਦੀ ਹੈ? ਰੇਨੂ ਨੇ ਉਹਨੂੰ ਮੋਢਿਓਂ ਫੜ ਆਪਣੇ ਵੱਲ ਮੋੜਦਿਆਂ ਪੁੱਛਿਆ। ਉਹਦੇ ਚਿਹਰੇ ਦੇ ਹਾਵ ਭਾਵ ਤੇ ਬੋਲਾਂ 'ਚ ਵਿਅੰਗ ਸਪਸ਼ਟ ਝਲਕ ਰਿਹਾ ਸੀ। ਸਿਮਰਨ ਤੇ ਰਿਤਿਕਾ ਵੀ ਖਿੜਖਿੜਾ ਕੇ ਹੱਸ ਪਈਆਂ। ਯਾਰ ਤੁਸੀਂ ਵੀ ਗੱਲ ਪੁੱਠੀ ਪਾਉਣੀ ਹੋ, ਮੈਂ ਤਾਂ ਉਂਝ ਹੀ ਕਿਹਾ ਸੀ ਵੀ ਤੁਹਾਨੂੰ ਨਹੀਂ ਕਦੀ ਇਹ ਅਜੀਬ ਲੱਗਿਆ? ਨਹੀਂ, ਸਾਨੂੰ ਤਾਂ ਕਦੀ ਖਿਆਲ ਹੀ ਨਹੀਂ ਆਇਆ।
ਇਸ ਗੱਲ ਦਾ ਤੂੰ ਪਤਾ ਨਹੀਂ ਕੀ ਨੋਟ ਕਰਦੀ ਰਹਿੰਦੀ ਹੈ। ਸਿਮਰਨ ਦੇ ਜਵਾਬ ਵਿੱਚ ਵੀ ਰੇਨੂ ਵਾਲਾ ਵਿਅੰਗ ਸੀ। ਅੰਜੂ ਹੱਸ ਕੇ ਚੁੱਪ ਕਰ ਗਈ, ਪਰ ਉਹਨੂੰ ਅਕਸਰ ਘਰ ਜਾਂ ਦਫ਼ਤਰ ਬੈਠਿਆਂ ਵੀ ਇਹਦਾ ਖਿਆਲ ਆਉਂਦਾ। ਬਚਪਨ ਤੋਂ ਹੀ ਉਹ ਇਹਨਾਂ ਲੋਕਾਂ ਤੋਂ ਬਹੁਤ ਡਰਦੀ ਰਹੀ ਸੀ। ਕਾਲੇ ਭੱਦੇ ਬੇਡੌਲ ਸਰੀਰ, ਭੜਕੀਲੇ ਕੱਪੜੇ, ਭੈੜਾ ਜਿਹਾ ਹਾਰ ਸ਼ਿੰਗਾਰ ਤੇ ਉਤੋਂ ਠਾ ਠਾ ਵੱਜਦੀਆਂ ਤਾੜੀਆਂ, ਉਹਨੂੰ ਸਾਰਾ ਕੁਝ ਹੀ ਬੜਾ ਡਰਾਉਣਾ ਲੱਗਦਾ। ਕਦੀ ਕਿਸੇ ਘਰ ਜਦੋਂ ਮੁੰਡਾ ਜੰਮਣ ਜਾਂ ਵਿਆਹ ਤੇ ਨੱਚਣ ਆਉਂਦੇ ਤਾਂ ਘਰ ਵਾਲਿਆਂ ਵੱਲੋਂ ਆਂਢ ਗੁਆਂਢ ਨੂੰ ਸੱਦਾ ਦਿੱਤਾ ਜਾਂਦਾ। ਅੰਜੂ ਦੇ ਸਾਥੀ ਬੱਚੇ ਦੌੜਾਂ ਲਾਉਂਦੇ ਉਸ ਘਰ ਜਾ ਪਹੁੰਚਦੇ, ਪਰ ਅੰਜੂ ਲੁਕਦੀ ਫਿਰਦੀ। ਕਦੀ ਉਹ ਕਿਸੇ ਛੱਤ ਤੋਂ ਖਲੋ ਕੇ, ਕਦੀ ਮਾਂ ਦੇ ਓਹਲੇ ਹੋ ਉਹਨਾਂ ਨੂੰ ਨੱਚਦਿਆਂ ਵੇਖਦੀ। ਵੱਡੇ ਹੋਣ ਤੇ ਵੀ ਇਹ ਡਰ ਉਹਦੇ ਮਨੋਂ ਪੂਰੀ ਤਰ੍ਹਾਂ ਨਿਕਲਿਆ ਨਹੀਂ ਸੀ, ਪਰ ਹੁਣ ਇਹਨੂੰ ਦੇਖ ਕੇ ਕਦੀ ਕਦੀ ਅੰਜੂ ਨੂੰ ਲੱਗਦਾ ਉਹਦਾ ਡਰ ਨਿਰਮੂਲ ਹੀ ਸੀ। ਇੱਕ ਦਿਨ ਸਵੇਰੇ ਗੱਡੀ ਪਲੇਟਫਾਰਮ ਤੇ ਲੱਗ ਚੁੱਕੀ ਸੀ, ਪਰ ਕਿਸੇ ਤਕਨੀਕੀ ਖਰਾਬੀ ਕਾਰਨ ਇਹਦੇ ਤੁਰਨ 'ਚ ਅਜੇ ਸਮਾਂ ਸੀ। ਸਿਮਰਨ ਖਿਝ ਰਹੀ ਸੀ ਕਿ ਲੇਟ ਹੋਣ ਦੇ ਡਰੋਂ ਉਹਨੇ ਸਵੇਰੇ ਨਾਸ਼ਤਾ ਵੀ ਠੀਕ ਤਰ੍ਹਾਂ ਨਹੀਂ ਸੀ ਕੀਤਾ। ਚੱਲ ਛੱਡ ਹੁਣ, ਆ ਚਾਹ ਵਾਲਾ ਆ ਗਿਆ, ਚਾਹ ਪੀਨੇ ਆ। ਸਟੀਲ ਦੀ ਵੱਡੀ ਸਾਰੀ ਡਰਮ ਨੁਮਾ ਥਰਮਸ ਵਾਲੇ ਨੂੰ ਪੈਸੇ ਪਕੜਾਉਂਦਿਆਂ ਅੰਜੂ ਨੇ ਚਾਹ ਦੇ 4 ਗਲਾਸ ਦੇਣ ਲਈ ਕਿਹਾ। ਡਿਪ ਵਾਲੀ ਚਾਹ ਦੇ ਨਿੱਕੇ ਨਿੱਕੇ ਗਲਾਸ ਅਜੇ ਉਹਨਾਂ ਹੱਥਾਂ 'ਚ ਪਕੜੇ ਹੀ ਸੀ ਕਿ ਅਚਾਨਕ ਪਲੇਟਫਾਰਮ ਤੇ ਉੱਚੀ ਉੱਚੀ ਲੜਾਈ ਝਗੜੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਗੱਡੀ 'ਚ ਮੰਗਣ ਵਾਲੇ ਹੀ ਖੁਸਰੇ ਗੰਦੀਆਂ ਗਾਲਾਂ ਕੱਢਦੇ, ਰੌਲਾ ਪਾਉਂਦੇ, ਬੜੀ ਬੁਰੀ ਤਰ੍ਹਾਂ ਲੜ ਰਹੇ ਸਨ। ਖਿੜਕੀ ਕੋਲ ਬੈਠੀ ਅੰਜੂ ਨੇ ਦੇਖਿਆ ਇਹ ਸਾਰੇ ਕਿਸੇ ਇੱਕ ਦੇ ਦੁਆਲੇ ਹੋਏ ਸਨ ਤੇ ਉਹੀ ਖੂਬਸੂਰਤ ਦਿੱਖ ਵਾਲੀ ਬੜਾ ਉੱਲਰ ਕੇ ਉਹਨੂੰ ਪੈ ਰਹੀ ਸੀ। ਗੱਲ ਵੱਧਦੀ ਹੱਥੋਂ ਪਾਈ ਤੇ ਜਾ ਪਹੁੰਚੀ। ਅਚਾਨਕ ਪਤਾ ਨਹੀਂ ਕਿਸੇ ਦਾ ਧੱਕਾ ਵੱਜਿਆ ਜਾਂ ਉਹਦਾ ਪੈਰ ਕਿਤੇ ਅੜਿਆ, ਉਹ ਧੜਮ ਕਰਦੀ ਡਿੱਗੀ ਤੇ ਡਿੱਗਦਿਆਂ ਉਹਦਾ ਮੱਥਾ ਪਲੇਟਫਾਰਮ ਤੇ ਪਈ ਬੈਂਚ ਦੀ ਨੁੱਕਰ ਤੇ ਇੰਨੀ ਜ਼ੋਰ ਨਾਲ ਵੱਜਿਆ ਕਿ ਨਾਲ ਹੀ ਖੂਨ ਦੀ ਤਤੀਰੀ ਵਗ ਤੁਰੀ। ਲੜਾਈ ਭੁੱਲ ਸਾਰੇ ਮਲਕਾ ਮਲਕਾ ਕਰਦੇ ਉਹਨੂੰ ਸਾਂਭਣ ਲੱਗੇ। ਉਸ ਦਿਨ ਅੰਜੂ ਨੂੰ ਪਤਾ ਲੱਗਿਆ ਉਹਦਾ ਨਾਮ ਮਲਕਾ ਸੀ। ਉਸ ਪਿੱਛੋਂ ਮਲਕਾ ਕਈ ਦਿਨਾਂ ਤੱਕ ਦਿਸੀ ਨਹੀਂ, ਸ਼ਾਇਦ ਸੱਟ ਜ਼ਿਆਦਾ ਲੱਗ ਗਈ ਸੀ। ਉਹਦੇ ਨਾਲ ਦੇ ਇੱਕ ਦੋ ਸਾਥੀ ਅੰਜੂ ਨੂੰ ਗੱਡੀ 'ਚ ਦਿਖਾਈ ਦਿੱਤੇ, ਪਰ ਇਹ ਸਾਰੇ ਉਹਨੂੰ ਬਚਪਨ 'ਚ ਦੇਖੇ ਖੁਸਰਿਆਂ ਵਰਗੇ ਹੀ ਲੱਗੇ। ਮਲਕਾ ਵਾਲੀ ਖੁਸ਼ ਮਿਜਾਜ਼ੀ ਇਹਨਾਂ 'ਚ ਨਹੀਂ ਸੀ। ਤੁਰੀ ਜਾਂਦੀ ਲੋਕਾਂ ਨਾਲ ਇੰਝ ਗੱਲਾਂ ਕਰਦੀ ਜਿਵੇਂ ਉਹਨਾਂ ਦੀ ਕਈ ਚਿਰਾਂ ਦੀ ਜਾਣੂ ਹੋਵੇ। ਅਰੇ ਨਾਨੀ ਘਰ ਜਾ ਰਹਾ ਹੈ, ਕਿਸੇ ਬੱਚੇ ਦੀਆਂ ਗੱਲਾਂ ਨੂੰ ਥੱਪ ਥਪਾਉਂਦਿਆਂ ਕਹਿੰਦੀ। ਅਰੇ ਤੇਰੀ ਮੰਮੀ ਬੜੀ ਅੱਛੀ ਹੈ। ਬੱਚੇ ਨਾਲ ਮਾਂ ਵੀ ਖੁਸ਼ ਹੋ ਜਾਂਦੀ। ਮਾਤਾ ਜੀ ਰਾਮ ਰਾਮ, ਕਿਸੇ ਬਜ਼ੁਰਗ ਔਰਤ ਨੂੰ ਹੱਥ ਜੋੜਦੀ ਤੇ ਉਹ ਖੁਸ਼ ਹੋ ਕੇ ਆਪ ਹੀ ਉਹਨੂੰ ਕੁਝ ਨਾ ਕੁਝ ਦੇ ਦਿੰਦੀ। ਉਹਦੇ ਨਾਲ ਦੇ ਸਾਥੀਆਂ ਦਾ ਅਜਿਹਾ ਵਿਹਾਰ ਨਹੀਂ ਸੀ। ਅੰਜੂ ਨੂੰ ਉਹਦੀ ਗੈਰ ਹਾਜ਼ਰੀ ਚੁੱਭਦੀ। ਉਹਦੇ ਸਾਥੀਆਂ ਕੋਲੋਂ ਉਹਦਾ ਹਾਲ ਚਾਲ ਪੁੱਛਣਾ ਚਾਹੁੰਦੀ ਸੀ, ਪਰ ਚਾਹੁੰਦਿਆਂ ਹੋਇਆ ਵੀ ਉਸ ਬਾਰੇ ਕੁਝ ਪੁੱਛ ਨਾ ਸਕੀ। ਉਹਨਾਂ ਨਾਲੋਂ ਅੰਜੂ ਨੂੰ ਆਪਣੀਆਂ ਸਹੇਲੀਆਂ ਦੀ ਝਿਝਕ ਵਧੇਰੀ ਸੀ। ਫਿਰ ਜਿਸ ਦਿਨ ਮਲਕਾ ਆਈ, ਉਹਦੇ ਸਿਰ ਤੇ ਪੱਟੀ ਵੱਜੀ ਹੋਈ ਸੀ। ਉਸੇ ਤਰ੍ਹਾਂ ਤਾੜੀ ਮਾਰ ਮਾਰੋ ਲੋਕਾਂ ਨੂੰ, ਖਾਸ ਕਰਕੇ ਮਰਦਾਂ ਨੂੰ ਮਖੌਲ ਕਰਦੀ ਮੰਗ ਰਹੀ ਸੀ। ਅੰਜੂ ਨੇ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਦੋਵੇਂ ਹੱਥ ਭਾਵੇਂ ਸਾਰਿਆਂ ਅੱਗੇ ਕਰਦੀ ਸੀ, ਪਰ ਜਵਾਨ ਮਰਦਾਂ ਨੂੰ ਉਹ ਵਧੇਰੇ ਠਿੱਠ ਕਰਦੀ। ਵੱਖੋ ਵੱਖ ਐਕਟਰਾਂ ਨਾਲ ਉਹਨਾਂ ਦੀ ਤੁਲਨਾ ਕਰਦੀ। ਕਈ ਤਾਂ ਚੁੱਪਚਾਪ ਪੈਸੇ ਦੇ ਦਿੰਦੇ, ਪਰ ਕਈ ਅੱਗੋਂ ਮਖੌਲ ਸ਼ੁਰੂ ਕਰ ਦਿੰਦੇ। ਅਜਿਹੇ ਸਮੇਂ ਇਹਦੀ ਬੇਬਾਕੀ, ਨਿਸੰਗਤਾ ਇੰਨੀ ਵੱਧ ਜਾਂਦੀ ਕਿ ਅਗਲਾ ਚੁੱਪਚਾਪ ਪੈਸੇ ਦੇਣ 'ਚ ਭਲਾਈ ਸਮਝਦਾ। ਔਰਤਾਂ ਨੂੰ ਇਹ ਘੱਟ ਹੀ ਤੰਗ ਕਰਦੀ, ਖਾਸ ਕਰਕੇ ਅੱਧਖੜ ਜਾਂ ਬਜ਼ੁਰਗ ਔਰਤਾਂ ਨੂੰ ਉਹ ਜੋ ਦਿੰਦੀਆਂ ਸਿਰ ਝੁਕਾ ਕੇ ਲੈ ਲੈਂਦੀ। ਜੇ ਕੋਈ ਅੜਬ ਬੰਦਾ ਖੈਬੜਦਾ ਜਾਂ ਗੁੱਸਾ ਕਰਦਾ ਤੇ ਹਰੇ ਹਮਾਰੇ ਕੌन से हल चलते हैं, हमारा कौन सा व्यापार है, अब भगवान ने ऐसा बना दिया तो मांग कर ही खाएंगे और क्या करें। ਜਿਹੇ ਸ਼ਬਦ ਅਜੇ ਲਹਿਜੇ 'ਚ ਕਹਿੰਦੀ ਅਗਲਾ ਨਿਰਉੱਤਰ ਹੋ ਕੇ ਰਹਿ ਜਾਂਦਾ। ਉਸ ਦਿਨ ਉਹਨੇ ਸਾਰੀਆਂ ਸਵਾਰੀਆਂ ਕੋਲੋਂ ਮੰਗਿਆ ਸੀ, ਉਹਨਾਂ ਕੋਲ ਵੀ ਆਈ ਸੀ। आज तो आपको भी पैसा देना पड़ेगा, आप रोज की सवारी हो इसलिए आपसे नहीं मांगते, लेकिन अब दिवाली आ रही है ਤੇ ਜਿਸ ਕੋਲੋਂ ਜੋ ਮਿਲਿਆ ਹੱਸ ਕੇ ਕਬੂਲ ਕਰ ਦੀ ਉਹ ਗਾਂ ਤੁਰ ਪਈ। ਜਨਵਰੀ ਦੇ ਸ਼ੁਰੂ ਦੇ ਦਿਨ ਠੰਡ ਪੂਰੇ ਜ਼ੋਰਾਂ ਤੇ ਸੀ। ਧੁੰਦਾਂ ਪੈ ਰਹੀਆਂ ਸਨ। ਸਾਰਾ ਦਿਨ ਸੂਰਜ ਦਿਖਾਈ ਨਾ ਦਿੱਤਾ। ਹੱਥ ਪੈਰ ਠਰੂ ਠਰੂ ਕਰਦੇ। ਗੱਡੀ 'ਚ ਹੋਰ ਵੀ ਜ਼ਿਆਦਾ ਠੰਡ ਲੱਗਦੀ। ਉਸ ਦਿਨ ਗੱਡੀ 'ਚ ਜ਼ਿਆਦਾ ਭੀੜ ਨਹੀਂ ਸੀ। ਅੰਜੂ ਤੇ ਉਹਦੀਆਂ ਸਹੇਲੀਆਂ ਇਕੱਠੀਆਂ ਆਮੋ ਸਾਹਮਣੇ ਦੀ ਵੱਡੀ ਸੀਟ ਤੇ ਬੈਠ ਗਈਆਂ। ਉਂਝ ਵੀ ਇਹ ਸ਼ਹਿਰ ਕਾਫੀ ਵੱਡਾ ਤੇ ਉਦਯੋਗਿਕ ਹੋਣ ਕਰਕੇ ਦੂਰ ਦੀ ਸਵਾਰੀ ਕਾਫੀ ਗਿਣਤੀ 'ਚ ਇੱਥੇ ਉਤਰ ਜਾਂਦੀ ਸੀ। ਅਚਾਨਕ ਅੰਜੂ ਦੀ ਨਜ਼ਰ ਮਲਕਾ ਤੇ ਪਈ।
ਜੋ ਕੰਪਾਰਟਮੈਂਟ ਦੇ ਦੂਜੇ ਬੰਨਿਓ ਬੜੀ ਹੌਲੀ-ਹੌਲੀ ਲੋਕਾਂ ਅੱਗੇ ਹੱਥ ਫੈਲਾਉਂਦੀ ਮੰਗਦੀ ਤੁਰੀ ਆ ਰਹੀ ਸੀ। ਅੱਜ ਨਾ ਤਾਂ ਉਹ ਤਾੜੀ ਮਾਰ ਰਹੀ ਸੀ ਤੇ ਨਾ ਕੁਝ ਬੋਲ ਰਹੀ ਸੀ। ਉਹਨਾਂ ਕੋਲ ਪਹੁੰਚਦਿਆਂ ਉਹਦੀ ਨਜ਼ਰ ਅੰਜੂ ਦੀਆਂ ਨਜ਼ਰਾਂ ਨਾਲ ਟਕਰਾਈ। ਉਹ ਪਤਾ ਨਹੀਂ ਕੀ ਸੋਚ ਕੇ ਉੱਥੇ ਖਲੋ ਗਈ। ਅਗਲੇ ਪਾਸੇ ਜਾਣ ਵਾਲੇ ਰਾਹ 'ਚ ਮੂੰਗਫਲੀ ਵੇਚਣ ਵਾਲਾ ਆਪਣਾ ਛਾਬਾ ਲਾਈ ਖੜਾ ਸੀ। ਕੁਝ ਚਿਰ ਉਸੇ ਤਰ੍ਹਾਂ ਚੁੱਪ-ਚਾਪ ਖਲੋਤੀ ਮਲਕਾ ਨੇ ਹੱਥ ਵਿੱਚ ਪਕੜੇ ਪੈਸਿਆਂ ਵਿੱਚੋਂ ਕੁਝ ਹੱਥ 'ਚ ਰੱਖ ਬਾਕੀ ਕੁੜਤੇ ਦੀ ਜੇਬ 'ਚ ਪਾ ਲਏ। ਇੱਕ ਨਜ਼ਰ ਇਹਨਾਂ ਵੱਲ ਵੇਖ ਕੋਲੋਂ ਲੰਘਦੇ ਮੂੰਗਫਲੀ ਵਾਲੇ ਕੋਲੋਂ 5 ਪੈਕਟ ਮੂੰਗਫਲੀ ਦੇ ਫੜ ਹੱਥ 'ਚ ਪਕੜੇ 25 ਰੁਪਏ ਉਹਦੀ ਤਲੀ ਤੇ ਰੱਖ ਦਿੱਤੇ। ਉਹ ਅੰਤਾਂ ਦੀ ਥੱਕੀ ਲੱਗ ਰਹੀ ਸੀ। ਚਿਹਰੇ ਤੇ ਸਦੀਵੀ ਮੁਸਕਰਾਹਟ ਦੀ ਥਾਂ ਉਦਾਸੀ ਨਿਮੋ ਝੂਣਤਾ ਉਗੜ ਰਹੀ ਸੀ। ਇੱਕ ਪੈਕਟ ਆਪਣੇ ਕੋਲ ਰੱਖ ਬਾਕੀ 4 ਉਹਨਾਂ ਵੱਲ ਵਧਾ ਦਿੱਤੇ। ਇਹ ਆਪਕੇ ਲਈ। ਤੇ ਇੱਕ ਨਜ਼ਰ ਉਹਨਾਂ ਸਾਰਿਆਂ ਵੱਲ ਘੁਮਾਈ। ਉਹਨਾਂ ਸਾਰੀਆਂ ਨੂੰ ਜੋ ਪਹਿਲਾਂ ਹੀ ਉਸ ਵੱਲ ਵੇਖ ਰਹੀਆਂ ਸਨ। ਕੁਝ ਸਮਝ ਨਹੀਂ ਸੀ ਆ ਰਹੀ। ਲੋ ਪਕੜੋ। ਉਸ ਰੇਨੂ ਵੱਲ ਹੱਥ ਕੀਤਾ। ਨਹੀਂ ਅਸੀਂ ਨਹੀਂ ਲੈਣੇ। ਰੇਨੂ ਹੱਥ ਨਾਲ ਨਾ ਦਾ ਇਸ਼ਾਰਾ ਕਰਦਿਆਂ ਤਰਬ ਕੇ ਪਿੱਛੇ ਹੋ ਗਈ। ਮਲਕਾ ਦੇ ਮੱਥੇ ਦੀ ਤਿਉੜੀ ਪ੍ਰਸ਼ਨ ਚਿੰਨ੍ਹ ਬਣੀ ਹੋਈ ਸੀ। ਨਹੀਂ ਐਸੀ ਕੋਈ ਗੱਲ ਨਹੀਂ, ਤੂੰ ਆਪ ਖਾ। ਉਸ ਵੱਲ ਵੇਖਦਿਆਂ ਰੇਨੂ ਨੇ ਇਸ ਵਾਰ ਬੜੀ ਸਹਿਜ ਨਾਲ ਕਿਹਾ। ਸਾਰਿਆਂ ਦੇ ਚਿਹਰੇ ਹੈਰਾਨੀ ਦੀ ਮੂਰਤ ਬਣੇ ਹੋਏ ਸਨ। ਮੈਨੇ ਇੱਕ ਲੈ ਲਿਆ ਹੈ, ਇਹ ਆਪਕੇ ਲਈ ਹੈ, ਖਾਓ। ਨਹੀਂ ਤੂੰ ਰੱਖ ਲੈ, ਫਿਰ ਖਾ ਲਵੀਂ, ਅਸੀਂ ਨਹੀਂ ਲੈਣੇ। ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨੇ ਉਹਨਾਂ ਦੇ ਪੈਸੇ ਕਿਉਂ ਲਾਏ। ਲੈਣੇ ਕਿਉਂ ਨਹੀਂ, ਮੈਂ ਚੁੱਕ ਕੇ ਬਾਹਰ ਸੁੱਟ ਦਿਆਂਗੀ। ਤੇ ਸੱਚਮੁੱਚ ਖਿੜਕੀ ਵੱਲ ਹੋ ਤੁਰੀ। ਉਹ ਠਹਿਰ ਬਾਬਾ, ਚੰਗਾ ਲਿਆ ਫੜਾ ਇੱਧਰ। ਸੀਟ ਦੇ ਇੱਕ ਪਾਸੇ ਬੈਠੀ ਅੰਜੂ ਨੇ ਜਲਦੀ ਨਾਲ ਉਹਦਾ ਰਾਹ ਰੋਕਦਿਆਂ ਉਸ ਕੋਲੋਂ ਪੈਕਟ ਫੜ ਸਾਰਿਆਂ ਨੂੰ ਇੱਕ ਦੇ ਦਿੱਤਾ। ਕਮਾਲ ਦੀ ਚੀਜ਼ ਹੈ ਮਲਕਾ ਵੀ। ਚਲੋ ਵੀ ਖਾ ਲਓ ਹੁਣ ਜੇ ਇੰਨੇ ਪਿਆਰ ਨਾਲ ਖਵਾ ਰਹੀ ਹੈ। ਪੈਕਟ ਫੜਦਿਆਂ ਸਿਮਰਨ ਨੇ ਕਿਹਾ। ਪਿਆਰ ਨਾਲ? ਇਹ ਤਾਂ ਧੱਕੇ ਨਾਲ ਖਵਾ ਰਹੀ ਹੈ। ਰੇਨੂ ਮੂੰਗਫਲੀ ਛਿੱਲਦਿਆਂ ਬੋਲੀ। ਬਿਲਕੁਲ ਠੀਕ। ਇਹ ਅੱਜ ਪਤਾ ਲੱਗਿਆ ਮਲਕਾ ਮੰਗਦੀ ਵੀ ਧੱਕੇ ਨਾਲ ਹੈ ਤੇ ਵੰਡਦੀ ਵੀ ਧੱਕੇ ਨਾਲ। ਮਲਕਾ ਨੇ ਜਿਵੇਂ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਤੂੰ ਪੰਜਾਬੀ ਵੀ ਠੀਕ ਬੋਲ ਲੈਂਦੀ ਹੈ। ਮੈਂ ਤੈਨੂੰ ਅੱਗੇ ਵੀ ਕਈ ਵਾਰ ਤੇਰੇ ਨਾਲਦਿਆਂ ਨਾਲ ਪੰਜਾਬੀ 'ਚ ਗੱਲ ਕਰਦਿਆਂ ਸੁਣਿਆ। ਅੰਜੂ ਨੇ ਮਲਕਾ ਨੂੰ ਕਿਹਾ। ਮਲਕਾ ਪੰਜਾਬੀ ਦੇ ਸ਼ਬਦ ਭਾਵੇਂ ਬਿਲਕੁਲ ਠੀਕ ਵਰਤਦੀ ਸੀ, ਪਰ ਉਹਨਾਂ ਦਾ ਉਚਾਰਨ ਕਿਤੇ ਹਿੰਦੀ ਦੇ ਸ਼ਬਦਾਂ ਵਾਂਗ ਲਮਕਾ ਵਾਲਾ ਸੀ। ਹਾਂ ਬੋਲ ਲੈਂਦੀ ਹਾਂ। 15 ਸਾਲ ਹੋ ਗਏ ਇੱਥੇ ਰਹਿੰਦਿਆਂ। ਹੁਣ ਤਾਂ ਮੇਰੇ ਨਾਲ ਦੇ ਸਾਰੇ ਪੰਜਾਬੀ ਨੇ। ਉਹਨਾਂ ਦੇ ਸਾਥ 'ਚ ਹੌਲੀ ਆਪੇ ਆ ਗਈ। ਦੱਸਦਿਆਂ ਮਲਕਾ ਅੰਜੂ ਵਾਲੇ ਪਾਸੇ ਇੱਕ ਨੁੱਕਰ ਤੇ ਜਿਵੇਂ ਸੂੰਗੜ ਕੇ ਬੈਠ ਗਈ। ਉਰੀ ਹੋ ਕੇ ਚੰਗੀ ਤਰ੍ਹਾਂ ਬੈਠ ਜਾ। ਅੰਜੂ ਨੇ ਇੱਕ ਪਾਸੇ ਹੋ ਕੇ ਉਹਨੂੰ ਹੋਰ ਖੁੱਲੀ ਥਾਂ ਦੇ ਦਿੱਤੀ। ਤੇਰਾ ਨਾਂ ਬੜਾ ਸੋਹਣਾ ਹੈ ਮਲਕਾ, ਉਹਨੇ ਗੱਲ ਅਗਾਂਹ ਤੋਰਨ ਲਈ ਕਿਹਾ। ਉਹਦੇ ਨਾਲ ਦੀਆਂ ਸਾਥਣਾਂ ਪਹਿਲਾਂ ਤੋਂ ਚੱਲ ਰਹੀ ਚਰਚਾ 'ਚ ਫੇਰ ਮਗਨ ਹੋ ਗਈਆਂ ਤੇ ਅੰਜੂ ਨੂੰ ਇਹ ਮੌਕਾ ਜਿਵੇਂ ਰੱਬ ਨੇ ਦਿੱਤਾ ਸੀ। ਪਤਾ ਨਹੀਂ ਕਿਉਂ ਉਹਦਾ ਬਾਰ ਦਿਲ ਕਰਦਾ ਸੀ ਕਿ ਕਦੀ ਮਲਕਾ ਨੂੰ ਕੋਲ ਬਿਠਾ ਕੇ ਗੱਲ ਕਰੇ, ਪਰ ਉਹ ਡਰ ਜਾਂਦੀ ਹੈ ਪਤਾ ਨਹੀਂ ਕੀ ਸੋਚੇ। ਹਾਂ ਇਹ ਨਾਂ ਬੜਾ ਸੋਹਣਾ ਹੈ, ਮੇਰੀ ਮਾਂ ਨੇ ਰੱਖਿਆ ਸੀ। ਉਂਝ ਮੇਰਾ ਨਾਮ ਸਵਿਤਰੀ ਹੈ, ਪਰ ਮੇਰੀ ਮਾਂ ਮੈਨੂੰ ਮਲਕਾ ਆਖਦੀ ਸੀ। ਉਹਦੀਆਂ ਅੱਖਾਂ ਵਿਚਲੀ ਉਦਾਸੀ ਹੋਰ ਡੂੰਘੀ ਹੋ ਗਈ। ਹੁਣ ਤੇਰੀ ਅੰਮਾ ਕਿੱਥੇ ਹੈ? ਲੰਮੀਆਂ ਪਲਕਾਂ 'ਚੋਂ ਅੰਜੂ ਵੱਲ ਵੇਖਦਿਆਂ ਉਸ ਹਲਕਾ ਜਿਹਾ ਸਿਰ ਛੰਡਿਆ ਜਿਵੇਂ ਕਹਿ ਰਹੀ ਹੋਵੇ ਕਿਹੋ ਜਿਹਾ ਸਵਾਲ ਪੁੱਛ ਰਹੀ ਹੈ, ਤੇ ਫਿਰ ਪਰਲੇ ਪਾਸੇ ਬਾਰੀ ਵਿੱਚੋਂ ਬਾਹਰ ਤੱਕਣ ਲੱਗੀ। ਉਹਨੂੰ ਇਹ ਨਹੀਂ ਸੀ ਪੁੱਛਣਾ ਚਾਹੀਦਾ। ਉਹਦੀ ਮਾਂ ਸ਼ਾਇਦ ਹੁਣ ਅੰਜੂ ਦੇ ਜ਼ਿਹਨ 'ਚ ਤਾਂ ਕਈ ਸਵਾਲ ਤੈਰ ਰਹੇ ਸਨ। ਪਰ ਮਲਕਾ ਤੂੰ ਉਸ ਦਿਨ ਔਰਤ ਨਾਲ ਲੜ ਕਿਉਂ ਰਹੀ ਸੀ? ਅੰਜੂ ਨੇ ਗੱਲ ਬਦਲਦਿਆਂ ਪੁੱਛਿਆ। ਉਹ ਸਾਲੀ ਹਰਾਮਜ਼ਾਦੀ ਕੁੱਤੀ, ਮੈਂ ਉਹਨੂੰ ਛੱਡਣਾ ਨਹੀਂ ਸੀ, ਪਰ ਉਹ ਦੌੜ ਗਈ। ਮਲਕਾ ਨੂੰ ਇੱਕਦਮ ਜਿਵੇਂ ਗੁੱਸਾ ਚੜ੍ਹ ਗਿਆ। ਓਹੋ ਨਹੀਂ, ਗਾਲਾਂ ਨਹੀਂ, ਚੰਗਾ ਨਹੀਂ ਲੱਗਦਾ। ਅੰਜੂ ਨੇ ਆਸ-ਪਾਸ ਤੱਕਦਿਆਂ ਉਹਦੇ ਮੋਢੇ ਤੇ ਹੱਥ ਰੱਖਿਆ। ਅੰਜੂ ਦੇ ਹੱਥ ਦੀ ਛੋਹ ਤੇ ਮਲਕਾ ਜਿਵੇਂ ਇੱਕਦਮ ਸ਼ਾਂਤ ਹੋ ਗਈ। ਨਹੀਂ, ਮੈਂ ਉਸ ਨਾਲ ਲੜਨਾ ਨਹੀਂ ਸੀ ਚਾਹੁੰਦੀ, ਪਰ ਉਹ ਬਾਰ ਮਨਾ ਕਰਨ ਤੇ ਵੀ ਮੇਰੀ ਗੱਡੀ 'ਚ ਆ ਰਹੀ ਸੀ। ਤੇਰੀ ਗੱਡੀ? ਅੰਜੂ ਨੂੰ ਕੁਝ ਸਮਝ ਨਹੀਂ ਆਈ। ਦੱਸਦੀ ਹਾਂ, ਪਰ ਇੱਕ ਗੱਲ ਦੱਸੋ, ਜੇ ਮੈਂ ਤੁਹਾਨੂੰ ਦੀਦੀ ਕਹਿੰਦੀ ਹਾਂ ਤਾਂ ਤੁਹਾਨੂੰ ਬੁਰਾ ਤਾਂ ਨਹੀਂ ਲੱਗਦਾ? ਕੁਝ ਪਲ ਪਹਿਲਾਂ ਗੁੱਸੇ 'ਚ ਲਾਲ ਅੱਖਾਂ 'ਚ ਜਿਵੇਂ ਫੇਰ ਉਦਾਸੀ ਪਰਤ ਆਈ ਸੀ। ਨਹੀਂ ਬੁਰਾ ਕਿਉਂ ਲੱਗੇਗਾ, ਤੂੰ ਗੱਲ ਦੱਸ। ਅੰਜੂ ਨੇ ਫਿਰ ਉਹਦੇ ਮੋਢੇ ਤੇ ਹੱਥ ਰੱਖਿਆ ਜਿਵੇਂ ਉਹਦੇ ਦਿਲ ਤੇ ਦਸਤਕ ਦੇ ਰਹੀ ਹੋਵੇ। ਦੀਦੀ ਅਸੀਂ 4 ਦੀ ਟੋਲੀ ਨੇ ਆਪਣੀਆਂ ਗੱਡੀਆਂ ਵੰਡੀਆਂ ਹੋਈਆਂ। ਕੋਈ ਕਿਸੇ ਦੀ ਗੱਡੀ 'ਚ ਮੰਗਣ ਨਹੀਂ ਜਾਂਦਾ। ਕੀ ਮਤਲਬ? ਅੰਜੂ ਨੂੰ ਅਜੇ ਵੀ ਕੁਝ ਸਮਝ ਨਹੀਂ ਸੀ ਆਇਆ। ਤੇ ਫਿਰ ਮਲਕਾ ਨੇ ਜਿਵੇਂ ਸ਼ਿਕਾਇਤੀ ਸੁਰ 'ਚ ਦੱਸਿਆ। ਦੀਦੀ ਕੀ ਕਰੀਏ, ਅੱਗੇ ਅਸੀਂ ਲੋਕ ਘਰਾਂ 'ਚ ਵਧਾਈ ਲੈਣ ਜਾਂਦੇ ਸੀ
ਜਦੋਂ ਕਿਸੇ ਘਰ ਮੁੰਡਾ ਜੰਮਿਆ ਜਾਂ ਵਿਆਹ ਹੋਇਆ ਲੋਕ ਦਿੰਦੇ ਵੀ ਬਹੁਤ ਸੀ। ਪੈਸੇ, ਕੱਪੜੇ, ਚੀਜ਼ਾਂ, ਦਾਣੇ, ਕਈ ਤਾਂ ਸੋਨੇ ਦੇ ਗਹਿਣੇ ਵੀ ਪਾ ਦਿੰਦੇ ਸੀ। ਮਲਕਾ ਆਪਣੀ ਮਰਜ਼ੀ ਨਾਲ ਤਾਂ ਠੀਕ, ਬਹੁਤੀ ਵਾਰ ਤਾਂ ਧੱਕੇ ਨਾਲ ਵੀ ਆਪਣੀ ਮੰਗ ਪੂਰੀ ਕਰਵਾਉਂਦੀ ਸੀ। ਅੰਜੂ ਬਚਪਨ 'ਚ ਦੇਖੀਆਂ ਕਈ ਘਟਨਾਵਾਂ ਯਾਦ ਆ ਗਈਆਂ। ਜਦੋਂ ਘਰਾਂ 'ਚ ਖੁਸ਼ੀ ਮੌਕੇ ਨੱਚਣ ਆਏ ਖੁਸਰੇ ਧੱਕੇ ਨਾਲ ਲੋੜ ਤੋਂ ਵੱਧ ਪੈਸੇ, ਵਸਤਾਂ ਦੀ ਮੰਗ ਕਰਦੇ ਤੇ ਪੂਰੀ ਨਾ ਹੋਣ ਤੇ ਕਈ ਪ੍ਰਕਾਰ ਦੀਆਂ ਬਦਦੁਆਵਾਂ ਤੇ ਧਮਕੀਆਂ ਦਿੰਦੇ। ਲੋਕਾਂ ਦੇ ਮਨਾਂ ਚੋਂ ਵਿੱਚ ਇਹਨਾਂ ਦੀ ਬਦਦੁਆ ਦਾ ਬਹੁਤ ਡਰ ਹੁੰਦਾ ਸੀ ਤੇ ਇਸੇ ਡਰੋਂ ਉਹ ਔਖੇ ਹੋ ਕੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ। ਦੀਦੀ, ਲਾਲਚੀ ਬੰਦੇ ਤਾਂ ਹਰ ਥਾਂ ਤੇ ਹੀ ਹੁੰਦੇ ਆ। ਫਿਰ ਅਸੀਂ ਕੀ ਕਰੀਏ? ਸਾਨੂੰ ਤਾਂ ਰੱਬ ਨੇ ਹੀ ਮੰਗ ਖਾਣ ਲਈ ਬਣਾਇਆ। ਹੁਣ ਅਸੀਂ ਘਰਾਂ 'ਚ ਬਹੁਤਾ ਨਹੀਂ ਜਾਂਦੇ। ਪੜ੍ਹੇ ਲਿਖੇ ਅਮੀਰ ਘਰਾਂ 'ਚ ਬੱਚੇ ਦੀ 1-2 ਹੁੰਦੇ ਹੈ। ਗਰੀਬ ਘਰ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਉੱਥੇ ਉਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਮਿਲਦਾ। ਸਾਨੂੰ ਕਿਸੇ ਨੇ ਕੀ ਦੇਣਾ? ਇਸ ਲਈ ਹੁਣ ਅਸੀਂ ਬਾਜ਼ਾਰਾਂ 'ਚ, ਗੱਡੀਆਂ, ਬੱਸਾਂ 'ਚ ਮੰਗਦੇ ਹਾਂ। ਪਹਿਲਾਂ ਆਪੋ ਆਪਣੇ ਪਿੰਡ, ਗਲੀ, ਮਹੱਲੇ ਵੰਡੇ ਹੋਏ ਸੀ, ਹੁਣ ਆ ਗੱਡੀਆਂ, ਬੱਸਾਂ, ਬਾਜ਼ਾਰ ਵੰਡੇ ਹੋਏ ਨੇ। ਅੱਛਾ, ਅੰਜੂ ਨੇ ਸਿਰ ਹਿਲਾਉਂਦਿਆਂ ਕਿਹਾ। ਹੁਣ ਉਹਨੂੰ ਮੇਰੀ ਗੱਡੀ ਦੀ ਸਮਝ ਆਈ ਸੀ। ਹਾਂ, ਸੋਨੀਆ ਨਾਲ ਉਸ ਦਿਨ ਲੜਾਈ ਇਸੇ ਕਰਕੇ ਹੋਈ ਸੀ। ਮੇਰਾ ਕੋਈ ਕਸੂਰ ਨਹੀਂ ਸੀ। ਤੂੰ ਦੇਖਿਆ ਨਹੀਂ ਮੇਰੀ ਕਿੰਨੀ ਸੱਟ ਲੱਗ ਗਈ ਸੀ? ਮੱਥੇ ਤੇ ਸੱਟ ਦੇ ਨਿਸ਼ਾਨ ਤੇ ਹੱਥ ਲਾਉਂਦਿਆਂ ਉਸ ਦੱਸਿਆ। 5 ਟਾਂਕੇ ਲੱਗੇ ਸੀ। ਨਾਲੇ ਮੇਰੇ ਪੈਸੇ ਖਰਚ ਹੋਏ, ਨਾਲੇ 15 ਦਿਨ ਘਰ ਬੈਠਣਾ ਪਿਆ। ਮਲਕਾ ਹੁਣ ਕਾਫੀ ਖੁੱਲ੍ਹ ਕੇ ਗੱਲਾਂ ਕਰ ਰਹੀ ਸੀ, ਜਿਸ ਨਾਲ ਅੰਜੂ ਦੀ ਝਿਜਕ ਵੀ ਘਟਣ ਲੱਗੀ। ਮਲਕਾ, ਇੱਕ ਗੱਲ ਦੱਸ, ਮੈਂ ਸੁਣਿਆ ਜਿਸ ਘਰ ਇਹੋ ਜਿਹਾ ਬੱਚਾ ਪੈਦਾ ਹੁੰਦਾ ਹੈ, ਪਤਾ ਲੱਗਣ ਤੇ ਤੁਸੀਂ ਜ਼ਬਰਦਸਤੀ ਚੁੱਕ ਲਿਆਉਂਦੇ ਹੋ। ਮਲਕਾ ਜ਼ੋਰ ਦੀ ਹੱਸ ਪਈ, ਪਰ ਇਸ ਹਾਸੇ 'ਚ ਖੁਸ਼ੀ ਨਹੀਂ, ਤਿੱਖਾ ਵਿਅੰਗ ਤੇ ਦੁੱਖ ਦਾ ਭਾਵ ਸੀ। ਦੀਦੀ, ਇਹ ਗੱਲ ਬਿਲਕੁਲ ਝੂਠ ਹੈ। ਹੁਣ ਤੂੰ ਦੱਸ, ਕਦੀ ਅੱਜ ਤੱਕ ਕਿਸੇ ਨੇ ਆਪਣੇ ਅੱਖੀਂ ਇਸ ਤਰ੍ਹਾਂ ਹੁੰਦਾ ਦੇਖਿਆ ਵੀ ਕਿਸੇ ਅਜਿਹੇ ਬੱਚੇ ਨੂੰ ਘਰ ਪਰਿਵਾਰ ਵਾਲੇ ਬਾਕੀ ਬੱਚਿਆਂ ਵਾਂਗ ਪਾਲ ਪੋਸ ਰਹੇ ਹੋਣ ਤੇ ਖੁਸਰੇ ਉਹਨੂੰ ਜ਼ਬਰਦਸਤੀ ਲੈ ਗਏ ਹੋਣ? ਅਸੀਂ ਕਿਉਂ ਕਿਸੇ ਨੂੰ ਉਹਦੇ ਪਰਿਵਾਰ ਨਾਲੋਂ ਵੱਖ ਕਰਾਂਗੇ? ਜੇ ਉਹਦਾ ਪਰਿਵਾਰ ਨਾਲ ਰੱਖ ਕੇ ਖੁਸ਼ ਹੈ। ਅਸਲ ਗੱਲ ਤਾਂ ਦੀਦੀ ਇਹ ਹੈ ਕਿ ਪਰਿਵਾਰ ਵਾਲੇ ਖੁਦ ਹੀ ਨਹੀਂ ਰੱਖਣਾ ਚਾਹੁੰਦੇ। ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹੈ ਜਾਂ ਬਣਾ ਦਿੱਤੇ ਜਾਂਦੇ ਹੈ ਕਿ ਖੁਦ ਹੀ ਸਾਡੇ ਕੋਲ ਆ ਜਾਂਦਾ ਹੈ। ਬੜੇ ਧਿਆਨ ਨਾਲ ਮਲਕਾ ਦੀ ਗੱਲ ਸੁਣ ਰਹੀ ਅੰਜੂ ਸਾਹਮਣੇ ਮਲਕਾ ਦਾ ਇੱਕ ਵੱਖਰਾ ਰੂਪ ਉਘੜ ਰਿਹਾ ਸੀ। ਉਹਦੀ ਸੋਚ, ਗੱਲਬਾਤ ਦਾ ਲਹਿਜ਼ਾ, ਇਹ ਤਾਂ ਪਹਿਲਾਂ ਵਾਲੀ ਮਲਕਾ ਨਹੀਂ। ਹਾਂ ਮਲਕਾ, ਤੇਰੀ ਗੱਲ ਠੀਕ ਜਾਪਦੀ ਹੈ, ਪਰ ਇਹ ਤਾਂ ਸੱਚ ਹੈ ਕਿ ਤੁਹਾਡੇ 'ਚ ਕੁਝ ਲੋਕ ਖੁਸਰੇ ਨਹੀਂ ਹੁੰਦੇ। ਦੇਖ, ਸਾਡੇ ਕੋਲ ਤਾਂ ਆਸ-ਪਾਸ ਤੋਂ ਸੁਣੀਆਂ ਸੁਣਾਈਆਂ ਗੱਲਾਂ ਨੇ ਵੀ ਤੁਹਾਡੇ ਆਪਣੇ ਡੇਰੇ ਹੁੰਦੇ ਹੈ, ਜਿਹਨੂੰ ਤੁਹਾਡੇ ਵਿੱਚੋਂ ਹੀ ਕੋਈ ਵੱਡਾ ਵਡੇਰਾ ਚਲਾਉਂਦਾ ਹੈ ਤੇ ਤੁਸੀਂ ਆਪਣੀ ਤਾਕਤ ਵਧਾਉਣ ਲਈ ਲਾਲਚ ਦੇ ਕੇ ਜਾਂ ਜ਼ਬਰਦਸਤੀ ਲੋਕਾਂ ਨੂੰ ਆਪਣੇ ਨਾਲ ਰਲਾਉਂਦੇ ਹੋ। ਨਹੀਂ, ਇੱਥੇ ਵੀ ਜ਼ਬਰਦਸਤੀ ਕੋਈ ਨਹੀਂ। ਹਾਂ, ਇਹ ਠੀਕ ਹੈ, ਸਾਡੀਆਂ ਟੋਲੀਆਂ 'ਚ ਸਾਰੇ ਖੁਸਰੇ ਨਹੀਂ ਹੁੰਦੇ। ਕਈ ਵਾਰ ਗਰੀਬੀ ਦੇ ਮਾਰੇ ਬੰਦੇ ਵੀ ਸਾਡੇ ਨਾਲ ਆ ਰਲਦੇ ਨੇ। ਸਾਡੇ ਨਾਲ ਜਿਹੜਾ ਢੋਲਕੀ ਵਜਾਉਂਦਾ ਉਹ ਖੁਸਰਾ ਨਹੀਂ, ਪਰ ਉਹ ਆਪਣੀ ਮਰਜ਼ੀ ਨਾਲ ਸਾਡੇ ਨਾਲ ਨੇ ਤੇ ਸਾਨੂੰ ਬੁਰਾ ਨਹੀਂ ਸਮਝਦੇ। ਦੀਦੀ, ਹੈ ਤਾਂ ਅਸੀਂ ਵੀ ਇਨਸਾਨ ਦੀ ਔਲਾਦ ਹੀ, ਪਰ ਆਦਮੀ ਔਰਤ ਦੀ ਜ਼ਾਤ ਨਹੀਂ, ਇਸ ਲਈ ਘਰਾਂ 'ਚ ਦੁਰਕਾਰੇ ਹੋਏ ਆ। ਮਲਕਾ, ਇੱਕ ਗੱਲ ਹੋਰ ਦੱਸ, ਕਹਿੰਦੇ ਆ ਕਿ ਜਦੋਂ ਕੋਈ ਖੁਸਰਾ ਮਰ ਜਾਂਦਾ ਹੈ ਤੇ ਉਹਦਾ ਅੰਤਿਮ ਕਿਰਿਆ ਕਰਨ ਤੋਂ ਪਹਿਲਾਂ ਤੁਸੀਂ ਉਹਨੂੰ ਜੁੱਤੀਆਂ ਮਾਰਦੇ ਹੋ ਵੀ ਦੁਬਾਰਾ ਇਸ ਜੂਨ 'ਚ ਨਾ ਆਈ। ਅੰਜੂ ਨੇ ਇਹ ਗੱਲ ਬੜੇ ਡਰਦਿਆਂ ਪੁੱਛੀ। ਦੀਦੀ, ਮੈਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੀ, ਪਰ ਇਹ ਗੱਲ ਵੀ ਬਿਲਕੁਲ ਝੂਠ ਹੈ। ਘਰ 'ਚ ਕੋਈ ਕੁੱਤਾ ਬਿੱਲੀ ਵੀ ਰੱਖੇ, ਉਸ ਨਾਲ ਪਿਆਰ ਹੋ ਜਾਂਦਾ ਹੈ, ਉਹਦੇ ਮਰਨ ਦਾ ਵੀ ਦੁੱਖ ਹੁੰਦਾ ਹੈ। ਇੱਥੇ ਤਾਂ ਮਰਨ ਵਾਲਾ ਇਨਸਾਨ ਹੈ, ਉਸ ਨਾਲ ਇੰਜ ਕਿਵੇਂ ਕੀਤਾ ਜਾ ਸਕਦਾ ਹੈ? ਹਾਂ, ਅਸੀਂ ਦਿਲੋਂ ਅਰਦਾਸ ਜ਼ਰੂਰ ਕਰਦੇ ਹਾਂ ਕਿ ਪ੍ਰਮਾਤਮਾ ਦੁਬਾਰਾ ਇਹਨੂੰ ਤਾਂ ਕੀ ਕਿਸੇ ਨੂੰ ਵੀ ਇਸ ਜੂਨੇ ਨਾ ਪਾਵੇਂ। ਕਹਿੰਦਿਆਂ ਮਲਕਾ ਦੀ ਆਵਾਜ਼ ਭਾਰੀ ਹੋ ਗਈ। ਅੰਜੂ ਨੂੰ ਮਲਕਾ ਬੇਹੱਦ ਮਾਸੂਮ, ਨਿਰਛਲ ਜਾਪ ਰਹੀ ਸੀ। ਮਲਕਾ, ਤੂੰ ਆਪਣੀ ਟੋਲੀ ਵਾਲਿਆਂ ਵਰਗੀ ਨਹੀਂ, ਤੂੰ ਬਹੁਤ ਚੰਗੀ ਹੈ। ਨਹੀਂ ਦੀਦੀ, ਉਹ ਵੀ ਸਾਰੇ ਚੰਗੇ ਹੈ, ਸਾਨੂੰ ਸਾਡੇ ਹਾਲਾਤ ਮਾੜਾ ਬਣਾ ਦਿੰਦੇ ਹੈ। ਨਹੀਂ, ਮੇਰਾ ਮਤਲਬ ਇਹ ਨਹੀਂ ਸੀ। ਅਸਲ 'ਚ ਸੱਚ ਦੱਸਾਂ, ਮੈਂ ਬਚਪਨ ਤੋਂ ਹੀ ਖੁਸਰਿਆਂ ਤੋਂ ਬਹੁਤ ਡਰਦੀ ਸੀ। ਮਲਕਾ, ਗੁੱਸਾ ਨਾ ਕਰੇ, ਅੰਜੂ ਨੇ ਬੜੇ ਪਿਆਰ ਨਾਲ ਉਹਨੂੰ ਕਿਹਾ। ਮੈਂ ਹੁਣ ਤੱਕ ਮੋਟੇ, ਕਾਲੇ ਭੱਦੀਆਂ ਸ਼ਕਲਾਂ, ਆਵਾਜ਼ਾਂ ਵਾਲੇ ਖੁਸਰੇ ਹੀ ਦੇਖੇ ਸੀ। ਉੱਤੋਂ ਗੋਟੇ ਕਿਨਾਰੀਆਂ ਵਾਲੇ ਰੰਗ ਬਰੰਗੇ ਭੜਕੀਲੇ ਕੱਪੜੇ ਤੇ ਉਹੋ ਜਿਹੇ ਭੜਕੀਲੇ ਰੰਗਾਂ ਨਾਲ ਲਿਪਿਆ ਮੂੰਹ ਸਿਰ। ਤੈਨੂੰ ਦੇਖ ਕੇ ਮੈਨੂੰ ਯਕੀਨ ਨਹੀਂ ਸੀ ਹੁੰਦਾ ਬਈ ਕੋਈ ਖੁਸਰਾ ਵੀ ਇੰਨਾ ਸੋਹਣਾ ਹੋ ਸਕਦਾ। ਤੂੰ ਬਹੁਤ ਸੋਹਣੀ ਹੈ।
ਆਪਣੀ ਸਿਫਤ ਸੁਣ ਕੇ ਖੁਸ਼ ਹੋਣ ਦੀ ਬਜਾਏ ਮਲਕਾ ਜਿਵੇਂ ਹੋਰ ਉਦਾਸ ਹੋ ਗਈ। ਇੱਕ ਥਾਂ ਤੇ ਇੱਕ ਟੱਕ ਵੇਖਦੀ ਉਹ ਬੜੀ ਹੌਲੀ ਜਿਹੀ ਬੋਲੀ, ਹਾਂ ਦੀਦੀ ਮੈਨੂੰ ਪਤਾ ਹੈ, ਮੇਰੀ ਮਾਂ ਵੀ ਇਹੀ ਕਹਿੰਦੀ ਸੀ ਤੇ ਮੇਰੀਆਂ ਸਹੇਲੀਆਂ ਵੀ। ਜਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਲੱਗਾ ਉਹਦਾ ਗੱਜ ਭਰ ਆਇਆ ਸੀ। ਮਲਕਾ ਤੂੰ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹੈ? ਮਲਕਾ ਮੂੰਹੋਂ ਬੋਲੀ ਨਹੀਂ, ਕੇਵਲ ਸਿਰ ਨਾਲ ਇਸ਼ਾਰਾ ਕਰਦਿਆਂ ਹਾਮੀ ਭਰੀ ਤੇ ਫਿਰ ਕਿੰਨੀ ਦੇਰ ਗੋਡਿਆਂ 'ਚ ਸਿਰ ਦੇ ਕੇ ਬੈਠੀ ਰਹੀ। ਸਿਮਰਨ ਤੇ ਰੀਤਿਕਾ ਕਦੋਂ ਆਪਣੇ ਸਟੇਸ਼ਨ ਤੇ ਉਤਰੀਆਂ ਅੰਜੂ ਨੂੰ ਪਤਾ ਹੀ ਨਹੀਂ ਲੱਗਾ। ਉਹਨਾਂ ਦੋਹਾਂ ਨੇ ਅੱਜ ਰਸਤੇ 'ਚ ਹੀ ਕਿਸੇ ਕੰਮ ਲਈ ਰੁਕਣਾ ਸੀ। ਰੇਣੂ ਬਾਰੀ ਨਾਲ ਢੋ ਲਾਈ ਸੌਂ ਰਹੀ ਸੀ। ਕੁਝ ਚਿਰ ਪਿੱਛੋਂ ਮਲਕਾ ਨੇ ਦੁਪੱਟੇ ਨਾਲ ਅੱਖਾਂ ਪੂੰਝਦਿਆਂ ਸਿਰ ਚੁੱਕਿਆ, ਪਿੱਛੇ ਢੋ ਲਾ ਕੇ ਸਿੱਧੀ ਬੈਠ ਗਈ ਤੇ ਅੰਜੂ ਨਾਲ ਨਜ਼ਰਾਂ ਮਿਲਾਏ ਬਗੈਰ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ। ਮੂਲ ਰੂਪ 'ਚ ਉਹ ਬਿਹਾਰ ਦੀ ਰਹਿਣ ਵਾਲੀ ਸੀ। ਪੜ੍ਹੇ ਲਿਖੇ ਮਾਂ-ਬਾਪ ਦੀ 5ਵੀਂ ਔਲਾਦ। ਉਹਦੀ ਮਾਂ ਸਕੂਲ ਟੀਚਰ ਸੀ ਤੇ ਪਿਓ ਕਿਸੇ ਸਰਕਾਰੀ ਮਹਿਕਮੇ ਵਿੱਚ ਅਫਸਰ। ਪਰ ਮਹਿਕਮਾ ਕਿਹੜਾ ਸੀ ਉਹਨੂੰ ਕੋਈ ਯਾਦ ਨਹੀਂ ਸੀ। ਯਾਦ ਸੀ ਤਾਂ ਸਿਰਫ ਇਹ ਕਿ ਉਹਦਾ ਪਿਓ ਉਹਨੂੰ ਅੰਤਾਂ ਦੀ ਨਫ਼ਰਤ ਕਰਦਾ ਸੀ। ਵੱਡੀਆਂ 2 ਭੈਣਾਂ ਤੇ ਫਿਰ 2 ਭਰਾ, ਸਾਰੇ ਪੜ੍ਹਨ ਵਾਲੇ। ਸਭ ਤੋਂ ਵੱਡੀ ਭੈਣ ਕਿਸੇ ਕਾਲਜ 'ਚ ਪੜ੍ਹਦੀ ਸੀ। ਘਰ 'ਚ ਜੇ ਪੈਸਾ ਬਹੁਤ ਜ਼ਿਆਦਾ ਨਹੀਂ ਸੀ ਤਾਂ ਕੋਈ ਕਮੀ ਵੀ ਨਹੀਂ ਸੀ। ਮਾਂ-ਬਾਪ ਦੋਵੇਂ ਕਮਾਉਣ ਵਾਲੇ। ਵੱਡੇ ਭੈਣ ਭਰਾ ਪਿਤਾ ਨਾਲ ਲਾਡ ਕਰਦਿਆਂ ਉਹਨੂੰ ਆਪਣੀਆਂ ਨਿੱਕੀਆਂ ਵੱਡੀਆਂ ਫਰਮਾਇਸ਼ਾਂ ਦੱਸਦੇ, ਜਿਨ੍ਹਾਂ ਨੂੰ ਲੱਗਦੀ ਵਾ ਉਹ ਪੂਰਾ ਵੀ ਕਰਦਾ। ਪਰ ਮਲਕਾ ਦੇ ਸਾਹਮਣੇ ਦੇਖਦਿਆਂ ਹੀ ਉਹ ਅੱਗ ਬਬੂਲਾ ਹੋ ਜਾਂਦਾ। ਬਿਨਾਂ ਕਿਸੇ ਦੋਸ਼ ਦੇ ਝਿੜਕਾਂ ਗਾਲਾਂ ਦਿੰਦਿਆਂ ਚਪੇੜਾਂ ਮੁੱਕਿਆਂ ਨਾਲ ਭੰਨ ਸੁੱਟਦਾ। ਪਹਿਲਾਂ ਵੱਡੇ ਭੈਣ ਭਰਾਵਾਂ 'ਚੋਂ ਕੋਈ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰਦਾ ਸੀ, ਪਰ ਫਿਰ ਉਹ ਵੀ ਇੱਧਰ ਹੋ ਜਾਂਦੇ। ਮਲਕਾ ਸੋਚਦੀ ਸ਼ਾਇਦ ਉਹ ਵੀ ਪਿਤਾ ਤੋਂ ਡਰਦੇ ਸਨ। ਅਜਿਹੇ ਮੌਕੇ ਮਾਂ ਹੀ ਸੀ ਜਿਹੜੀ ਆਪ ਵੀ ਅੱਖਾਂ 'ਚੋਂ ਪਰਲ ਅੱਥਰੂ ਵਹਾਉਂਦੀ ਉਹਨੂੰ ਬੁੱਕਲ 'ਚ ਲੈ ਕੇ ਆਪਣੀ ਮਮਤਾ ਦੀ ਮਰਹਮ ਉਹਦੇ ਤਨ ਦੇ ਜ਼ਖਮਾਂ ਤੇ ਲਾਉਂਦੀ। ਹਾਂ ਬਿਠਾ ਇਸੇ ਗੋਦ ਮੇਂ, बड़ा नाम रोशन करेगी हमारा। पिता अपना गुस्सा माँ पे भी उतारदा, अरे इसे मार क्यों नहीं देती? कैसे मार दूं, है तो अपना ही खून। हे भगवान, इसका क्या दोष था जो इसे ये सजा दी? माँ नूं सिसकियां लैंदी रोंदी देख मलका आपे चुप कर जांदी। ये माँ ही सी जिन्हें समाज तो ओला रखदियां ਉਹਨੂੰ ਸਕੂਲ ਦਾਖਲ ਕਰਵਾਇਆ, ਪਰ ਉਹਲਾ ਰਹਿ ਨਹੀਂ ਸਕਿਆ। 3-4 ਸਾਲ ਸ਼ਾਇਦ ਬਾਹਰ ਵੀ ਕਿਸੇ ਨੂੰ ਕੁਝ ਪਤਾ ਨਹੀਂ ਸੀ, ਇਸ ਲਈ ਆਰਾਮ ਨਾਲ ਨਿਕਲ ਗਏ। ਪਰ ਫਿਰ ਉਹਨੂੰ ਲੱਗਦਾ ਜਿਵੇਂ ਕੁੜੀਆਂ ਖਾਸ ਤੌਰ ਤੇ ਵੱਡੀ ਕਲਾਸ ਦੀਆਂ ਉਹਨੂੰ ਵੇਖ ਕੇ ਘੁਸਰ ਮੁਸਰ ਕਰਦੀਆਂ ਹਨ। ਵਿੱਚ ਉਹਨੂੰ ਖੁਸਰੀ ਸ਼ਬਦ ਵੀ ਸੁਣਾਈ ਦਿੰਦਾ। ਉਸ ਸਮੇਂ ਤੱਕ ਉਹ ਖੁਦ ਵੀ ਆਪਣੇ ਸਭ ਕੁਝ ਤੋਂ ਅਣਜਾਣ ਸੀ, ਪਰ 5ਵੀਂ ਤੱਕ ਪਹੁੰਚਦਿਆਂ ਉਹ ਜਾਣ ਗਈ ਕਿ ਉਹ ਆਪਣੀਆਂ ਸਹੇਲੀਆਂ ਵਰਗੀ ਨਹੀਂ ਸੀ ਤੇ ਉਹ ਹੌਲੀ-ਹੌਲੀ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਨ ਲੱਗੀ। ਪਹਿਲਾਂ ਸਕੂਲ 'ਚ, ਫਿਰ ਆਸ-ਪਾਸ ਤੇ ਰਿਸ਼ਤੇਦਾਰਾਂ ਵਿੱਚ ਤੇ ਫਿਰ ਆਪਣੇ ਹੀ ਘਰ 'ਚ, ਜਿੱਥੇ ਪਹਿਲਾਂ ਕੇਵਲ ਪਿਓ ਹੀ ਨਫ਼ਰਤ ਕਰਦਾ ਸੀ ਤੇ ਹੁਣ ਉਸ ਨਾਲ ਭੈਣ ਭਰਾ ਵੀ ਸ਼ਾਮਲ ਹੋ ਚੁੱਕੇ ਸਨ। ਇੱਕ ਦਿਨ ਉਹਦੇ ਸਕੂਲ ਵਿੱਚ ਹੀ ਪੜ੍ਹਦੀ ਉਹਦੀ ਭੈਣ ਘਰ ਆ ਕੇ ਬੜਾ ਚੀਕੀ ਚਲਾਈ ਕਿ ਉਹਨੂੰ ਸਕੂਲ ਵਿੱਚ ਖੁਸਰੀ ਦੀ ਭੈਣ ਕਹਿ ਕੇ ਕੁੜੀਆਂ ਨੇ ਤੰਗ ਕੀਤਾ ਸੀ। ਉਹਦਾ ਸਕੂਲ ਜਾਣਾ ਬੰਦ ਹੋ ਗਿਆ, ਜਿੱਥੇ ਉਹ ਹੁਣ ਖੁਦ ਹੀ ਨਹੀਂ ਸੀ ਜਾਣਾ ਚਾਹੁੰਦੀ। ਫਿਰ ਉਹਦੇ ਭੈਣ ਭਰਾਵਾਂ ਨੇ ਉਸ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ। ਕਦੀ ਕੋਈ ਵੱਡਾ ਭੈਣ ਭਰਾ ਉਹਨੂੰ ਆਪਣੇ ਨਾਲ ਬਾਹਰ ਨਹੀਂ ਲੈ ਕੇ ਜਾਂਦਾ, सगों ਉਹਨੂੰ हिदायतां ਦਿੰਦੇ, तू बाहर नहीं जाएंगी, तूने किसी से कोई बात नहीं करनी, लोग हमारा मजाक बनाते हैं। माँ ਉਹਨਾਂ ਨੂੰ ਰੋਕਦੀ ਝਿੜਕਦੀ ਮਲਕਾ ਨੂੰ ਪਿਆਰ ਕਰਦੀ, ਪਰ ਇੱਕ ਦਿਨ ਮਾਂ ਵੀ ਜਿਵੇਂ ਅੰਦਰੋਂ ਟੁੱਟ ਗਈ। ਸਭ ਤੋਂ ਵੱਡੀ ਭੈਣ ਜਿਹਦੀ ਮੰਗਣੀ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ 'ਚ ਹੋਈ ਦਾ ਰਿਸ਼ਤਾ ਮੁੰਡੇ ਵਾਲਿਆਂ ਨੇ ਤੋੜਤਾ, ਕਿਉਂ ਜੋ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਦੀ ਛੋਟੀ ਭੈਣ ਕੁੜੀ ਨਹੀਂ ਬਲਕਿ। ਉਸ ਦਿਨ ਮਾਂ ਉਹਨੂੰ ਛਾਤੀ ਨਾਲ ਲਾ ਕੇ ਫੁੱਟ ਰੋਈ ਸੀ। ਦੀਦੀ, ਉਸ ਇੱਕੋ ਦਿਨ 'ਚ ਮੇਰਾ ਬਚਪਨ, ਮੇਰੀ ਮਾਸੂਮੀਅਤ ਮੁੱਕ ਗਈ। ਮੈਂ ਕਈ ਸਾਲ ਅੱਗੇ ਲੰਘ ਆਈ ਤੇ ਸਮਝ ਗਈ ਆਪਣੇ ਬਾਰੇ, ਘਰਦਿਆਂ ਬਾਰੇ। ਤੇ ਕੁਝ ਦਿਨ ਹੋਰ ਸਾਡੀ ਗਲੀ 'ਚ ਖੁਸਰੇ ਕਿਸੇ ਘਰ ਵਧਾਈ ਲੈਣ ਆਏ ਸਨ। ਮੈਂ ਚੁੱਪਚਾਪ ਉਹਨਾਂ ਪਿੱਛੇ ਤੁਰ ਆਈ। ਤੇਰੀ ਉਮਰ ਉਦੋਂ ਕਿੰਨੀ ਸੀ? ਇਹੀ ਕੋਈ 11-12 ਸਾਲ। ਤੂੰ ਦੁਬਾਰਾ ਕਦੀ ਘਰ ਨਹੀਂ ਗਈ? ਅੰਜੂ ਨੇ ਉਹਦੀਆਂ ਅੱਖਾਂ 'ਚ ਤੱਕਦਿਆਂ ਪੁੱਛਿਆ। ਗਈ ਸੀ, ਪਹਿਲੀ ਵਾਰ ਘਰੋਂ ਨਿਕਲਣ ਤੋਂ 7 ਸਾਲ ਬਾਅਦ। ਮੈਨੂੰ ਉਹਨਾਂ ਸਾਰਿਆਂ ਦੀ ਯਾਦ ਆਉਂਦੀ ਸੀ। ਮੇਰੇ ਕੋਲ ਪੈਸੇ ਸਨ, ਸਾਰਿਆਂ ਲਈ ਤੋਹਫੇ ਖਰੀਦੇ। ਮੈਨੂੰ ਲੱਗਿਆ ਇੰਨੇ ਸਮੇਂ ਪਿੱਛੋਂ ਮੈਨੂੰ ਮਿਲ ਕੇ ਖੁਸ਼ ਹੋਣਗੇ। ਨਾਲ ਮੈਂ ਕਿਹੜਾ ਉਹਨਾਂ ਕੋਲ ਹਮੇਸ਼ਾ ਰਹਿਣਾ ਸੀ, ਪਰ ਇੱਕ ਡਰ ਮੇਰੇ ਮਨ 'ਚ ਵੀ ਸੀ। ਇਸ ਲਈ ਮੈਂ ਜਾਣ-ਬੁੱਝ ਕੇ ਰਾਤੀ ਹਨੇਰਾ ਪੈਣ ਤੇ ਘਰ ਪਹੁੰਚੀ। ਦਰਵਾਜ਼ਾ ਵੱਡੇ ਭਰਾ ਨੇ ਖੋਲ੍ਹਿਆ, ਪਰ ਇੱਕਦਮ ਪਛਾਣਿਆ ਨਹੀਂ। ਮਰੀਅਲ ਕਮਜ਼ੋਰ ਸਰੀਰ ਹੁਣ ਭਰ ਜਵਾਨ ਸੀ
ਮੈਂ ਸਵਿਤਰੀ। ਭਰਾ ਨੇ ਇੱਕ ਪਲ ਗੌਰ ਨਾਲ ਤੱਕਿਆ ਤੇ ਬਿਨਾਂ ਬੋਲਿਆ ਅੰਦਰ ਚਲਾ ਗਿਆ। ਦਿਲ ਕੀਤਾ ਮੈਂ ਵੀ ਪਰਤ ਜਾਵਾਂ, ਪਰ ਮਾਂ ਨੇ ਅੰਦਰੋਂ ਹੀ ਮੇਰੀ ਆਵਾਜ਼ ਪਛਾਣ ਲਈ ਸੀ। ਉਸ ਗੱਲ ਨਾਲ ਲਾਇਆ, ਅੰਦਰ ਲਿਜਾਣ ਲੱਗੀ, ਪਰ ਪਿਓ ਤੇ ਭਰਾ ਦੀ ਅੰਦਰੋਂ ਆਉਂਦੀ ਗੁੱਸੇ ਭਰੀ ਆਵਾਜ਼ ਨੇ ਮੇਰੇ ਪੈਰ ਬੰਨ੍ਹ ਦਿੱਤੇ। ਮੈਂ ਉੱਥੇ ਰੁਕ ਸੁਣਨ ਲੱਗੀ। ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਦੋਨਾਂ ਭੈਣਾਂ ਤੇ ਵੱਡੇ ਭਰਾ ਦਾ ਵਿਆਹ ਹੋ ਚੁੱਕਾ ਸੀ। ਭੈਣਾਂ ਆਪੋ ਆਪਣੇ ਸਹੁਰੇ ਤੇ ਭਰਜਾਈ ਪੇਕੇ ਗਈ ਹੋਈ ਸੀ ਤੇ ਉਹ ਹੁਣੇ ਸ਼ੁਕਰ ਮਨਾ ਰਹੇ ਸਨ ਕਿ ਮੈਂ ਉਹਨਾਂ ਦੀ ਗੈਰ ਹਾਜ਼ਰੀ 'ਚ ਆਈ ਸੀ। ਪਰ ਅਬ ਇਹ यहाँ क्या लेने आई है? इस घर ਦਾ ਸੁੱਖ शांति छीनने? पिता ਦੇ कुरख्त बोल ऊंची हो गए। हमने सोचा था कहीं मर खप गई होगी, पर ये मैं तुरदी तुरदी ਉਹਨਾਂ ਦੇ ਕਮਰੇ ਦੇ ਬੂਹੇ ਦੇ पहुंच गई। बिना किसी संबोधन दे क्या, मेरे से बहुत बड़ी गलती हो गई। मैं यहाँ रहने नहीं आई, आप सबको देखने की मन में तड़प थी, पर आप बेफिक्र रहें, अब दोबारा कभी नहीं होगी। ते मैं परत आई। माँ ने रोकिया, इतनी रात को कहाँ जाएगी? माँ, मेरे जैसे के लिए रात क्या और सुबह क्या? हाँ, और जा रही हूँ वहीं जहाँ से आई थी। ते दीदी उस रात वापस तुरन तो पहला मैं माँ नूं घुट के अखीरली गलवकड़ी पाई ते सवित्री नूं हमेशा हमेशा लई मार के मलका बन गई। अंजू दा हथ अपने हत्थां 'ਚ घुट मलका हुबकी हुबकी रो रही सी ते हुण ਮਲਕਾ ਦਾ ਕੋਈ ਨਹੀਂ। ਅੰਜੂ ਨੂੰ ਸਮਝ ਨਹੀਂ ਆ ਰਹੀ ਉਹ ਕੀ ਆਖੇ, ਪਰ ਉਹਨੂੰ ਲੋੜ ਨਹੀਂ ਪਈ। ਕੁਝ ਚਿਰ ਪਿੱਛੋਂ ਉਹ ਆਪੇ ਅੱਥਰੂ ਪੂੰਝਦਿਆਂ ਬੋਲੀ, ਨਹੀਂ ਮੈਂ ਇਕੱਲੀ ਨਹੀਂ, ਮੇਰਾ ਪਰਿਵਾਰ ਹੈ, ਇਹ ਮੇਰੇ ਨਾਲ ਦੇ ਸਾਰੇ। ਤੇ ਫਿਰ ਅੰਜੂ ਵੱਲ ਤੱਕਦਿਆਂ ਕਿਹਾ, ਦੀਦੀ ਇੱਕ ਗੱਲ ਮੈਂ ਵੀ ਦੱਸਾਂ, ਮੈਂ ਜਦੋਂ ਤੁਹਾਡੇ ਕੋਲੋਂ ਲੰਘਦੀ ਹਾਂ ਮੈਨੂੰ ਬੜਾ ਚੰਗਾ ਲੱਗਦਾ ਹੈ। ਸਾਰੇ ਪੜ੍ਹੇ ਲਿਖੇ ਸਿਆਣੇ, ਸ਼ਾਇਦ ਮੈਂ ਤੁਹਾਡੇ ਕਿਸੇ 'ਚੋਂ ਆਪਣੀ ਮਾਂ ਦੇਖਦੀ ਸੀ, ਕਿਸੇ 'ਚੋਂ ਭੈਣ, ਇਸ ਲਈ ਮੇਰਾ ਵੀ ਦਿਲ ਕਰਦਾ ਸੀ ਤੁਹਾਡੇ ਨਾਲ ਗੱਲਾਂ ਕਰਨ ਨੂੰ, ਪਰ ਮੈਨੂੰ ਪਤਾ ਹੈ ਸਾਨੂੰ ਕੋਈ ਪਸੰਦ ਨਹੀਂ ਕਰਦਾ। ਨਹੀਂ ਮਲਕਾ, ਐਸੀ ਕੋਈ ਗੱਲ ਨਹੀਂ, ਮੈਨੂੰ ਤੂੰ ਬੜੀ ਚੰਗੀ ਲੱਗਦੀ ਹੈ, ਮੈਂ ਤੈਨੂੰ ਆਪਣਾ ਪਤਾ ਦਿੰਦੀ ਹਾਂ, ਤੂੰ ਮੇਰੇ ਘਰ ਆਈ, ਮੇਰੇ ਘਰ। ਨਹੀਂ ਨਹੀਂ ਦੀਦੀ, ਇਹ ਨਹੀਂ ਹੋ ਸਕਦਾ। ਉਹ ਇਉਂ ਡਰ ਰਹੀ ਸੀ ਜਿਵੇਂ ਅੰਜੂ ਨੇ ਉਹਨੂੰ ਕੋਈ ਸਜ਼ਾ ਸੁਣਾ ਦਿੱਤੀ ਹੋਵੇ। ਕੀ ਨਹੀਂ ਹੋ ਸਕਦਾ? ਨਹੀਂ ਦੀਦੀ, ਕਦੀ ਕਦੀ ਬਾਹਰ ਇਸੇ ਤਰ੍ਹਾਂ ਮਿਲਣਾ, ਗੱਲਬਾਤ ਕਰਨੀ ਠੀਕ ਹੈ। ਸਾਡੇ ਲੋਕਾਂ ਦਾ ਤੁਹਾਡੇ ਘਰਾਂ ਨਾਲ ਕੋਈ ਸਬੰਧ ਨਹੀਂ ਹੋ ਸਕਦਾ। ਭਗਵਾਨ ਨੇ ਜਿਸ ਘਰ ਜਨਮ ਦੇ ਕੇ ਨਾਤਾ ਜੋੜਿਆ ਸੀ, ਜੇ ਉਹ ਮੈਨੂੰ ਅਪਣਾ ਨਹੀਂ ਸਕੇ ਤਾਂ ਨਹੀਂ ਦੀਦੀ, ਮੈਂ ਆਪਣਿਆਂ ਵਿੱਚ ਹੀ ਠੀਕ ਹਾਂ। ਇੱਕਦਮ ਉੱਠ ਕੇ ਉਹ ਅੰਜੂ ਵੱਲ ਬਿਨਾਂ ਦੇਖਿਆ ਅੱਗੇ ਚਲੀ ਗਈ। ਧੰਨਵਾਦ।